ਕਿਸੇ ਨੇ ਕੀ ਖੂਬ ਕਿਹਾ ਹੈ ਸਫ਼ਰ ਕਿੰਨਾ ਵੀ ਲੰਬਾ ਹੋਵੇ। ਦੋਸਤੋ सफर कितना भी लंबा होवे शुरू सदा एक कदम तो ही ਹੁੰਦਾ है। यानी कि हमारा लक्ष्य कितना ही बड़ा क्यों ना हो, कितना ही लंबा हमारा सफर क्यों ना हो, शुरुआत हमेशा एक कदम से ही होता है। इसलिए अगर आपके भी जीवन में कोई लक्ष्य है, आप भी अगर कुछ हासिल करना चाहते हैं तो एक कदम से शुरुआत कीजिए। शुरुआत कीजिए और एक एक कदम आगे बढ़ते रहिए। देखिएगा मंजिल एक ना एक दिन जरूर मिलेगी। नमस्कार दोस्तों, स्वागत है आपका आपके अपने यूट्यूब चैनल लर्निंग कनेक्शन पर, जहां हम पंजाबी व्याकरण सीख रहे हैं, जिसमें हम पंजाब स्टेट स्कूल बोर्ड के 10वीं क्लास का व्याकरण पढ़ रहे हैं। पिछली क्लास में हमने पंजाबी व्याकरण का दूसरा पाठ पढ़ा था, भाषा और पंजाबी भाषा, जिसके अभ्यास के प्रश्न आज हम करेंगे। वीडियो शुरू करने से पहले आपसे रिक्वेस्ट है कि अगर वीडियो पसंद आए तो प्लीज वीडियो को लाइक कीजिए। अगर चैनल पर नए हैं तो चैनल को सब्सक्राइब कर लीजिए, साथ ही बेल आइकन को प्रेस कर दीजिए ताकि आपको हर नए वीडियो की नोटिफिकेशन मिलती रहे। और साथ ही अपने वैल्यूएबल कमेंट्स भी हमें जरूर कीजिए। तो ज़्यादा समय ना लेते हुए चलिए आज की क्लास शुरू करते हैं। पिछली क्लास ਵਿੱਚ ਅਸੀਂ ਨੇ 9ਵੀਂ ਅਤੇ 10ਵੀਂ ਸ਼੍ਰੇਣੀ ਲਈ ਆਧੁਨਿਕ ਪੰਜਾਬੀ ਵਿਆਕਰਣ ਅਤੇ ਲੇਖ ਰਚਨਾ, ਜਿਹੜੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਕਲਾਸ ਦੀ ਪੁਸਤਕ ਹੈ, ਦਾ ਦੂਸਰਾ ਅਧਿਆਇ ਪੜਿਆ ਸੀ, ਜਿਸ ਦਾ ਨਾਂ ਸੀ ਭਾਸ਼ਾ ਅਤੇ ਪੰਜਾਬੀ ਭਾਸ਼ਾ। ਇਸ ਵਿੱਚ ਅਸੀਂ ਨੇ ਭਾਸ਼ਾ ਦੀ ਵਿਆਖਿਆ, ਪੰਜਾਬੀ ਦੀਆਂ ਉਪਭਾਸ਼ਾਵਾਂ ਅਤੇ ਟਕਸਾਲੀ ਪੰਜਾਬੀ, ਇਸ ਤੋਂ ਇਲਾਵਾ ਵਿਅਕਤੀਗਤ ਵੰਨਗੀ ਅਤੇ ਪਿਜਨ ਤੇ ਕ੍ਰਿਓਲ ਵੰਨਗੀ ਬਾਰੇ ਪੜਿਆ ਸੀ, ਜਿਸ ਦਾ ਅਭਿਆਸ ਦੇ ਪ੍ਰਸ਼ਨ ਉੱਤਰ ਤੁਸੀਂ ਆਪ ਕਰਨਾ ਸੀ। ਅੱਜ ਇਸ ਦਾ ਦੂਸਰਾ ਪਾਠ ਹੈ, ਜਿਸ ਵਿੱਚ ਮੈਂ ਤੁਹਾਨੂੰ ਅਭਿਆਸ ਦੇ ਪ੍ਰਸ਼ਨ ਕਰਾਉਂਗੀ। ਇਸ ਦਾ ਅਭਿਆਸ ਦਾ ਪ੍ਰਸ਼ਨ ਅਸੀਂ ਅੱਜ ਕਰਾਂਗੇ ਤੇ ਨੈਕਸਟ ਵੀਡੀਓ ਵਿੱਚ ਅਸੀਂ ਅੱਗੇ ਦੀ ਕਲਾਸ ਪੜਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਸੀ, ਭਾਸ਼ਾ ਕਿਸ ਨੂੰ ਕਹਿੰਦੇ ਹਨ। ਜੇ ਤੁਸੀਂ ਧਿਆਨ ਨਾਲ ਲੈਸਨ ਪੜਿਆ ਹੋਏਗਾ ਤਾਂ ਤੁਸੀਂ ਆਰਾਮ ਨਾਲ ਸਾਰੇ ਕੁਐਸਚਨ ਦਾ ਆਨਸਰ ਕਰ ਸਕਦੇ ਹੋ। ਅਸੀਂ ਇਹਨਾਂ ਬੁੱਕ ਵਿੱਚੋਂ ਹੀ ਸਾਰਾ ਪ੍ਰਸ਼ਨ ਉੱਤਰ ਦਿੱਤਾ ਗਿਆ ਹੈ, ਤੁਸੀਂ ਧਿਆਨ ਨਾਲ ਪੜੋ ਤਾਂ ਤੁਸੀਂ ਆਪ ਵੀ ਸਾਰਾ ਕੁਐਸਚਨ ਆਨਸਰ ਕਰ ਸਕਦੇ ਹੋ। ਪਹਿਲਾ ਪ੍ਰਸ਼ਨ ਸੀ, ਭਾਸ਼ਾ ਕਿਸ ਨੂੰ ਕਹਿੰਦੇ ਹਨ। ਉਹ ਸਾਧਨ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਤੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ, ਭਾਸ਼ਾ ਕਹਿੰਦੇ ਹਨ। ਜਿਸ ਤਰ੍ਹਾਂ ਅਸੀਂ ਨੇ ਪਿਛਲੇ ਕਲਾਸ ਵਿੱਚ ਪੜਿਆ ਸੀ, ਉਹ ਸਾਧਨ ਜਿਸ ਰਾਹੀਂ ਇਨਸਾਨ ਮਨੁੱਖ ਆਪਣੇ ਮਨ ਦੇ ਭਾਵ ਤੇ ਵਿਚਾਰ ਨੂੰ ਦੂਜੇ ਸਾਹਮਣੇ ਪ੍ਰਗਟ ਕਰਦਾ ਹੈ, ਉਸਨੂੰ ਭਾਸ਼ਾ ਕਹਿੰਦੇ ਹਨ। ਉਹ ਲਿਖਤੀ ਭਾਸ਼ਾ ਤੇ ਬੋਲਚਾਲ ਦੀ ਭਾਸ਼ਾ ਹੋ ਸਕਦੀ ਹੈ। ਅਗਲਾ ਪ੍ਰਸ਼ਨ ਹੈ, ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਮਨੁੱਖ ਕਿਹੜੇ ਸਫਲ ਸਾਧਨਾਂ ਦੀ ਵਰਤੋਂ ਕਰਦਾ ਹੈ। ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਮਨੁੱਖ ਸਭ ਤੋਂ ਸਫਲ ਸਾਧਨ ਭਾਸ਼ਾ ਦੀ ਵਰਤੋਂ ਕਰਦਾ ਹੈ। ਭਾਸ਼ਾ ਹੀ ਸਭ ਤੋਂ ਸਫਲ ਸਾਧਨ ਹੈ, ਜਿਸ ਰਾਹੀਂ ਮਨੁੱਖ ਆਪਣੇ ਭਾਵ ਨੂੰ ਦੂਜੇ ਸਾਹਮਣੇ ਪ੍ਰਗਟ ਕਰ ਸਕਦਾ ਹੈ। ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ। ਸਾਡੇ ਸੰਵਿਧਾਨ ਵਿੱਚ 22 ਭਾਸ਼ਾਵਾਂ ਪ੍ਰਮਾਣਿਤ ਹਨ। 22 ਦੀ ਭਾਸ਼ਾਵਾਂ ਦੇ ਨਾਂ ਤੁਸੀਂ ਇੱਥੇ ਬੁੱਕ ਵਿੱਚੋਂ ਲਿਖ ਸਕਦੇ ਹੋ। ਅਗਲਾ ਪ੍ਰਸ਼ਨ ਹੈ, ਉਪਭਾਸ਼ਾ ਕੀ ਹੁੰਦਾ ਹੈ। ਕਿਸੇ ਵਡੇਰੀ ਤੇ ਪ੍ਰਚਲਿਤ ਭਾਸ਼ਾ ਦੇ ਇੱਕ ਸੀਮਿਤ ਹਿੱਸੇ ਜਾਂ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਉਪਭਾਸ਼ਾ ਕਹਿੰਦੇ ਹਨ। ਇਸ ਵਿੱਚ ਵਡੇਰੀ ਭਾਸ਼ਾ ਵਾਲੇ ਸਾਰੇ ਗੁਣ ਮੌਜੂਦ ਹੁੰਦੇ ਹਨ, ਪਰ ਭਾਸ਼ਾ ਵਿੱਚ ਉਚਾਰਨ ਤੇ ਸ਼ਬਦਾਵਲੀ ਦੇ ਪੱਖ ਥੋੜਾ ਬਹੁਤ ਅੰਤਰ ਹੁੰਦਾ ਹੈ। ਜਿਵੇਂ ਅਸੀਂ ਪੰਜਾਬੀ ਦੀ ਉਪਭਾਸ਼ਾ ਬਾਰੇ ਪੜਿਆ ਸੀ ਕਿ ਪੰਜਾਬ ਦੇ ਵਿੱਚ ਹੀ ਵੱਖ-ਵੱਖ ਇਲਾਕਿਆਂ ਵਿੱਚ ਪੰਜਾਬੀ ਬੋਲੀ ਹੀ ਦਾ ਉਚਾਰਨ ਤੇ ਸ਼ਬਦਾਵਲੀ ਥੋੜਾ ਵੱਖਰੇ ਹੁੰਦੇ ਹਨ, ਉਹਨਾਂ ਨੂੰ ਉਪਭਾਸ਼ਾ ਦੇ ਨਾਂ ਦਿੱਤੇ ਗਏ ਹਨ। ਅਗਲਾ ਹੈ, ਪੰਜਾਬ ਦੀਆਂ ਉਪਭਾਸ਼ਾਵਾਂ ਕਿਹੜੀਆਂ ਹਨ। ਪੰਜਾਬ ਦੀਆਂ ਮੁੱਖ ਉਪਭਾਸ਼ਾਵਾਂ ਮਾਂਝੀ, ਮਲਵਈ, ਦੁਆਬੀ, ਪੁਆਧੀ, ਮੁਲਤਾਨੀ, ਪੇਠੋਹਾਰੀ, ਡੋਗਰੀ ਆਦਿ ਹਨ। ਪੰਜਾਬ ਦੀਆਂ ਪੁਆਧੀ ਤੇ ਦੁਆਬੀ ਉਪਭਾਸ਼ਾਵਾਂ ਕਿਹੜੇ ਇਲਾਕੇ ਵਿੱਚ ਬੋਲੀਆਂ ਜਾਂਦੀਆਂ ਹਨ। ਪੰਜਾਬ ਵਿੱਚ ਪੰਜਾਬੀ ਦੀ ਪੁਆਧੀ ਜਿਹੜੀ ਉਪਭਾਸ਼ਾ ਹੈ ਉਹ ਜ਼ਿਲ੍ਹਾ ਰੂਪਨਗਰ ਯਾਨੀ ਕਿ ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਯਾਨੀ ਕਿ ਮੁਹਾਲੀ, ਪਟਿਆਲੇ ਦਾ ਪੂਰਬੀ ਹਿੱਸਾ, ਸੰਗਰੂਰ ਦੇ ਮਲੇਰਕੋਟਲੇ ਵੱਲ ਦਾ ਖੇਤਰ, ਫਤਿਹਗੜ੍ਹ ਸਾਹਿਬ ਦਾ ਪੂਰਬੀ ਹਿੱਸਾ ਅਤੇ ਹਰਿਆਣੇ ਵਿੱਚ ਅੰਬਾਲਾ ਦਾ ਪੱਛਮੀ ਹਿੱਸੇ ਵਿੱਚ ਬੋਲਿਆ ਜਾਂਦਾ ਹੈ। ਇਸੇ ਪ੍ਰਕਾਰ ਦੁਆਬੀ ਉਪਭਾਸ਼ਾ ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੋਲਿਆ ਜਾਂਦਾ ਹੈ। ਅਗਲਾ ਪ੍ਰਸ਼ਨ ਸੀ, ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਆਪਸੀ ਅੰਤਰ ਕਿਉਂ ਪੈਦਾ ਹੋਏ ਤੇ ਹੁਣ ਕਿਉਂ ਘਟਦੇ ਜਾ ਰਹੇ ਹਨ। ਪੁਰਾਣੇ ਸਮਿਆਂ ਵਿੱਚ ਆਵਾਜਾਈ ਦੀ ਬਹੁਤਾ ਸਹੂਲਤਾਂ ਨਾ ਹੋਣ ਕਾਰਨ ਇੱਕ ਖਿੱਤੇ ਦੇ ਲੋਕਾਂ ਦਾ ਦੂਸਰੇ ਖਿੱਤੇ ਦੇ ਲੋਕਾਂ ਨਾਲ ਬਹੁਤਾ ਮੇਲ-ਜੋਲ ਨਹੀਂ ਹੁੰਦਾ ਸੀ, ਜਿਸ ਕਰਕੇ ਪੰਜਾਬ ਦੀਆਂ ਉਪਭਾਸ਼ਾਵਾਂ ਦੇ ਆਪਸੀ ਅੰਤਰ ਪੈਦਾ ਹੋਏ ਤੇ ਹੁਣ ਅਜੋਕੇ ਪੰਜਾਬ ਵਿੱਚ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੇ ਉન્નਤੀ ਹੋਏ ਹਨ, ਜਿਸ ਕਾਰਨ ਵੱਖ-ਵੱਖ ਖੇਤਰਾਂ ਦੇ ਲੋਕ ਦਾ ਆਪਸੀ ਮੇਲ-ਜੋਲ ਕਾਫੀ ਵੱਧ ਗਿਆ ਹੈ, ਜਿਸ ਕਾਰਨ ਉਪਭਾਸ਼ਾਵਾਂ ਦੇ ਆਪਸੀ ਅੰਤਰ ਵੀ ਹੁਣ ਘਟਦੇ ਜਾ ਰਹੇ ਹਨ। ਅਗਲਾ ਪ੍ਰਸ਼ਨ ਹੈ, ਟਕਸਾਲੀ ਜਾਂ
ਮਿਆਰੀ ਪੰਜਾਬੀ ਭਾਸ਼ਾ ਕਿਸ ਨੂੰ ਕਹਿੰਦੇ ਹਨ? ਜਿਵੇਂ ਕਿ ਸਾਨੂੰ ਪਤਾ ਹੈ ਕਿ ਟਕਸਾਲੀ ਜਾਂ ਮਿਆਰੀ ਭਾਸ਼ਾ ਇੱਕ ਆਦਰਸ਼ ਭਾਸ਼ਾ ਹੁੰਦੀ ਹੈ ਜੋ ਸਾਰੇ ਇਲਾਕੇ ਵਿੱਚ ਸਾਂਝੀ ਭਾਸ਼ਾ ਵੱਲੋਂ ਮਾਨਤਾ ਰੱਖਦੀ ਹੈ। ਇਸ ਤਰ੍ਹਾਂ ਪੰਜਾਬ ਦੀਆਂ ਥੋੜੇ ਬਹੁਤੇ ਫਰਕ ਵਾਲੀਆਂ ਉਪਭਾਸ਼ਾਵਾਂ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਜਿਹੜੀ ਸਰਬ ਸਾਂਝੀ ਭਾਸ਼ਾ ਵਰਤੀ ਜਾਂਦੀ ਹੈ ਉਸ ਨੂੰ ਟਕਸਾਲੀ ਜਾਂ ਮਿਆਰੀ ਭਾਸ਼ਾ ਕਹਿੰਦੇ ਹਨ। ਅਗਲਾ ਪ੍ਰਸ਼ਨ ਹੈ, ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਦੀ ਕੀ ਉਪਯੋਗਤਾ ਹੁੰਦੀ ਹੈ? ਯਾਨੀ ਕਿ ਟਕਸਾਲੀ ਜਾਂ ਪੰਜਾਬੀ ਮਿਆਰੀ ਭਾਸ਼ਾ ਕਿੱਥੇ ਪ੍ਰਯੋਗ ਹੁੰਦੀ ਹੈ? ਟਕਸਾਲੀ ਜਾਂ ਮਿਆਰੀ ਭਾਸ਼ਾ ਦੀ ਸ਼ਬਦਾਵਲੀ ਦਾ ਉਚਾਰਨ ਅਤੇ ਅਰਥ ਨਿਸ਼ਚਿਤ ਹਨ ਕਿਉਂਕਿ ਇਹ ਭਾਸ਼ਾ ਸਰਕਾਰੀ ਪ੍ਰਬੰਧਕ ਯਾਨੀ ਸਰਕਾਰੀ ਕੰਮਕਾਜ ਲਈ, ਸਿੱਖਿਆ ਦੇ ਖੇਤਰ ਵਿੱਚ, ਸਾਹਿਤ ਵਿੱਚ, ਸੱਭਿਆਚਾਰ ਅਤੇ ਵਪਾਰ ਆਦਿ ਦੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ, ਜਿਵੇਂ ਸਮਾਚਾਰ ਪੱਤਰ, ਰੇਡੀਓ, ਪਾਠ ਪੁਸਤਕ ਆਦਿ ਲਈ ਉਪਯੋਗ ਹੁੰਦਾ ਹੈ। ਯਾਨੀ ਕਿ ਸਮਾਜਿਕ ਜਿੰਨੇ ਵੀ ਕਾਰਜ ਹਨ ਜਿਸ ਵਿੱਚ ਅਸੀਂ ਜਿਹੜੀ ਪੰਜਾਬੀ ਭਾਸ਼ਾ ਯੂਜ਼ ਕਰਦੇ ਹਾਂ ਉਹ ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਹੀ ਅਸੀਂ ਵਰਤਦੇ ਹਾਂ ਤਾਂ ਜੋ ਸਾਰਿਆਂ ਨੂੰ ਭਾਸ਼ਾ ਸਮਝਣ ਵਿੱਚ ਆਸਾਨੀ ਹੋਵੇ। ਅਗਲਾ ਪ੍ਰਸ਼ਨ ਹੈ, ਮਲਵਈ ਉਪਭਾਸ਼ਾ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ? ਮਲਵਈ ਉਪਭਾਸ਼ਾ ਜ਼ਿਲ੍ਹਾ ਲੁਧਿਆਣਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਫਿਰੋਜ਼ਪੁਰ, ਸਿਰਸਾ ਹਰਿਆਣਾ ਦੇ ਵਿੱਚ, ਸੰਗਰੂਰ ਤੇ ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ ਤੇ ਪਟਿਆਲਾ ਜ਼ਿਲ੍ਹੇ ਦਾ ਪੱਛਮੀ ਭਾਗ ਵੀ ਮਾਲਵੇ ਦੇ ਖੇਤਰ ਵਿੱਚ ਬੋਲੀ ਜਾਂਦੀ ਹੈ। ਯਾਨੀ ਕਿ ਇਹ ਸਾਰੇ ਜ਼ਿਲ੍ਹੇ ਵਿੱਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ। ਅਗਲਾ ਪ੍ਰਸ਼ਨ, ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ? ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਯਾਨੀ ਕਿ ਰਾਵੀ ਤੇ ਬਿਆਸ ਨਦੀ ਦੇ ਵਿਚਕਾਰ ਵਾਲੇ ਜਿਹੜੇ ਖੇਤਰ ਹੈ ਉੱਥੇ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ। ਪਿਜਨ ਤੇ ਕ੍ਰਿਊਲ ਭਾਸ਼ਾ ਵੰਨਗੀ ਵਿੱਚ ਕੀ ਅੰਤਰ ਹੈ? ਪਿਜਨ ਦਾ ਭਾਵ ਹੈ ਕੰਮ ਚਲਾਊ ਭਾਸ਼ਾ, ਪਰ ਸਮਾਂ ਪਾ ਕੇ ਜੇ ਇਹ ਕੰਮ ਚਲਾਊ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਸਨੂੰ ਕ੍ਰਿਊਲ ਭਾਸ਼ਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਦੱਸੋ ਪੰਜਾਬ ਦੇ ਹੇਠ ਲਿਖੇ ਜ਼ਿਲ੍ਹਿਆਂ ਵਿੱਚ ਕਿਹੜੇ-ਕਿਹੜੇ ਉਪਭਾਸ਼ਾ ਵਰਤੀ ਜਾਂਦੀ ਹੈ? ਇੱਥੇ ਸਭ ਦਾ ਲਿਸਟ ਮੈਂ ਦਿੱਤਾ ਹੈ। ਜ਼ਿਲ੍ਹਾ ਬਠਿੰਡਾ ਵਿੱਚ ਮਲਵਈ ਭਾਸ਼ਾ, ਸ਼ਹੀਦ ਭਗਤ ਸਿੰਘ ਨਗਰ ਵਿਖੇ ਪੁਆਧੀ ਭਾਸ਼ਾ ਉਪਭਾਸ਼ਾ, ਹੁਸ਼ਿਆਰਪੁਰ ਵਿੱਚ ਦੁਆਬੀ ਉਪਭਾਸ਼ਾ, ਤਰਨਤਾਰਨ ਵਿੱਚ ਮਾਝੀ ਉਪਭਾਸ਼ਾ, ਗੁਰਦਾਸਪੁਰ ਵਿਖੇ ਮਾਝੀ ਉਪਭਾਸ਼ਾ, ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਮਲਵਈ ਉਪਭਾਸ਼ਾ, ਰੂਪਨਗਰ ਯਾਨੀ ਕਿ ਰੋਪੜ ਵਿੱਚ ਪੁਆਧੀ ਉਪਭਾਸ਼ਾ, ਫਤਿਹਗੜ੍ਹ ਸਾਹਿਬ, ਪਟਿਆਲਾ ਵਿੱਚ ਵੀ ਪੁਆਧੀ ਉਪਭਾਸ਼ਾ ਬੋਲੀ ਜਾਂਦੀ ਹੈ। ਇਸ ਤਰ੍ਹਾਂ ਤੁਸੀਂ ਨੇ ਅੱਜ ਪੰਜਾਬੀ ਵਿਆਕਰਣ ਦਾ ਦੂਸਰਾ ਪਾਠ ਦਾ ਅਭਿਆਸ ਦੇ ਪ੍ਰਸ਼ਨ ਉੱਤਰ ਕੀਤੇ ਹਨ। ਮੈਨੂੰ ਆਸ਼ਾ ਹੈ ਕਿ ਤੁਹਾਨੂੰ ਸਮਝ ਆ ਗਿਆ ਹੈ ਸਾਰਾ। ਆ ਸਾਰੇ ਬਸ ਛੋਟੇ-ਛੋਟੇ ਪ੍ਰਸ਼ਨ ਉੱਤਰ ਮੈਂ ਆਈਡੀਆ ਦਿੱਤਾ ਹੈ ਤੇ ਕਿਸ ਤਰ੍ਹਾਂ ਤੁਸੀਂ ਇਹਦਾ ਉੱਤਰ ਲਿਖਣਾ ਹੈ। ਜੇ ਤੁਸੀਂ ਵੱਡੇ ਜ਼ਿਆਦਾ ਮਾਰਕਸ ਦੇ ਜੇ ਪ੍ਰਸ਼ਨ एग्जाम ਵਿੱਚ ਆਉਂਦਾ ਹੈ ਤਾਂ ਤੁਸੀਂ बुक ਦੇ ਵਿੱਚ डिटेल ਦੇ ਵਿੱਚ ਇਹਨਾਂ ਦੇ उत्तर लिखोगे। तो यह था पंजाबी व्याकरण के दूसरे पाठ का अभ्यास के प्रश्न उत्तर। आई होप आपको समझ आ गया होगा। फिर भी कोई डाउट या सुझाव हो तो आप कमेंट करके जरूर बताइएगा, मुझे आपके कमेंट्स का इंतजार रहता है। साथ ही वीडियो पसंद आया तो प्लीज़ वीडियो को लाइक कीजिए, चैनल को सब्सक्राइब कीजिए और अपने दोस्तों को भी जरूर शेयर कीजिए जो पंजाबी भाषा पढ़ना लिखना सीखना चाहते हैं। तो मिलते हैं अगली क्लास में। इसी के साथ मैं विदा लेते हूँ। अपना ख्याल रखिएगा। धन्यवाद।